रेडियो इंडिया KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਦੇ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 91 91 604 592 9191। ਸੋ ਆਓ ਦਾ ਸੰਡੇ ਸ਼ੋਅ ਦੇ ਅੱਗੇ ਵਧਦੇ ਹਾਂ। ਸਾਡੇ ਅੱਜ ਦੇ ਸੰਡੇ ਸ਼ੋਅ ਦੇ ਨਿਰਧਾਰਿਤ 4 ਪੜਾਵੀ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਸਰਦਾਰ ਲਵਲੀਨ ਸਿੰਘ ਜੀ ਗਿੱਲ। ਸੋ ਪਹਿਲਾਂ ਗਿੱਲ ਸਾਹਿਬ ਦਾ ਸਵਾਗਤ ਕਰ ਲਈਏ, ਫਿਰ ਪੜਾਅ ਦਰ ਪੜਾਅ ਅੱਗੇ ਵਧਾਂਗੇ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਬਹੁਤ ਸ਼ੁਕਰੀਆ ਭੰਮ ਸਾਹਿਬ ਜੀ। ਸੋ ਗਿੱਲ ਸਾਹਿਬ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲਾ ਸਾਡਾ ਪੜਾਅ ਹੁੰਦਾ ਇਤਿਹਾਸ ਦੇ ਝਰੋਖੇ ਚੋਂ। ਇਤਿਹਾਸ ਦੇ ਝਰੋਖੇ ਚੋਂ ਅਸੀਂ ਗੱਲ ਕਰਾਂਗੇ। ਇਹ ਇੱਕ ਸ਼ਖਸੀਅਤ ਸੀ ਜਿਹੜੀ ਪੰਜਾਬ ਦੀ ਡੁੱਬ ਰਹੀ ਕਹਿ ਲਈਏ ਜਾਂ ਨਿੱਘ ਰਹੀ ਜਿਹੜੀ ਕਿਰਸਾਨੀ ਹੈ ਉਹਨੂੰ ਥਾਂ ਸਿਰ ਲਿਆਉਣ ਲਈ ਉਹਨੇ ਯਤਨ ਕੀਤੇ। ਉਹਦੀ ਲਿਖਤ ਨੂੰ ਲੈ ਕੇ, ਉਹਦੇ ਫੈਸਲੇ ਨੂੰ ਲੈ ਕੇ ਕਿਰਸਾਨੀ ਅੱਜ ਤੱਕ ਸੰਘਰਸ਼ ਕਰ ਰਹੀ ਹੈ ਵੀ ਸਾਨੂੰ ਉਸ ਸ਼ਖਸੀਅਤ ਦਾ ਲਿਖਿਆ ਜਿਹੜਾ ਜੋ ਉਹਨੇ ਸਾਡੀਆਂ ਸਿਫਾਰਿਸ਼ਾਂ ਕੀਤੀਆਂ ਵੀ ਉਹ ਲਾਗੂ ਕੀਤੀਆਂ ਜਾਣ। ਮੇਰਾ ਭਾਵ ਹੈ MS ਸਵਾਮੀਨਾਥਨ ਹੋਣਾ ਤੋਂ, ਜਿਨ੍ਹਾਂ ਦਾ ਪਿਛਲੇ ਦਿਨੀ ਇੰਤਕਾਲ ਹੋ ਗਿਆ। ਔਰ ਉਸ ਤੋਂ ਬਾਅਦ ਮਤਲਬ ਕਿ ਇੱਕ ਉਹਨਾਂ ਦੇ ਨਾਂ ਦੀ ਚਰਚਾ, ਉਹਨਾਂ ਦੇ ਨਾਂ ਦਾ ਮਤਲਬ ਕਿ ਅਸੀਂ ਜੇ ਕਹਿ ਲਈਏ ਕਿ ਉਹਨਾਂ ਦੇ ਕੀਤੇ ਕੰਮਾਂ ਦੀਆਂ ਹਰ ਥਾਂ ਹਰ ਸੱਥ ਚੁਰਾਹੇ ਦੇ ਵਿੱਚ ਗੱਲਾਂ ਹੋ ਰਹੀਆਂ। ਸੋ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਵਾਮੀਨਾਥਨ ਜੀ ਕੌਣ ਸਨ ਤੇ ਇਹਨਾਂ ਦਾ ਕੀ ਪਿਛੋਕੜ ਕੀ ਸੀ। ਭੰਮ ਸਾਹਿਬ, ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਡਾਕਟਰ MS ਸਵਾਮੀਨਾਥਨ, ਜਿਨ੍ਹਾਂ ਨੂੰ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਇਨ ਇੰਡੀਆ ਕਿਹਾ ਜਾਂਦਾ ਹੈ ਜੀ, ਨਾ ਕਿ ਸਿਰਫ ਪੰਜਾਬ ਬਲਕਿ ਸਾਰੇ ਭਾਰਤ ਤੇ ਸਾਰੀ ਦੁਨੀਆ ਦੇ ਵਿੱਚ ਜੀ ਉਹਨਾਂ ਦਾ ਜਿਹੜਾ ਯੋਗਦਾਨ ਉਹਨਾਂ ਨੇ ਆਪਣੇ ਵਿਗਿਆਨਕ ਕਰੀਅਰ ਦੇ ਵਿੱਚ ਪਾਇਆ ਤੇ ਵਿਗਿਆਨਕ ਕਰੀਅਰ ਦੇ ਨਾਲੋਂ ਅੱਗੇ ਜਾ ਕੇ ਸਮਾਜ ਦੇ ਵਿੱਚ ਜਿਹੜੀ ਨਾ ਬਰਾਬਰੀ ਦੇਖੀ ਜੀ, ਉਹਦੇ ਖਿਲਾਫ ਵੀ ਆਵਾਜ਼ ਚੱਕੀ। ਜਿਹੜੀਆਂ ਔਰਤਾਂ ਕਿਸਾਨੀ ਕਰਦੀਆਂ ਨੇ, ਜਦੋਂ ਉਹ ਰਾਜ ਸਭਾ ਮੈਂਬਰ ਬਣੇ, ਉਹ ਔਰਤ ਕਿਸਾਨਾਂ ਜਿਹੜੀ ਔਰਤਾਂ ਕਿਸਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਕਾਨੂੰਨ ਲੈ ਕੇ ਆਏ। ਤੇ ਫਿਰ ਜਿਹੜੀ ਮਸ਼ਹੂਰੇ ਜ਼ਮਾਨਾ MS ਸਵਾਮੀਨਾਥਨ ਰਿਪੋਰਟ ਜਿਸ ਦਾ ਤੁਸੀਂ ਗੱਲ ਕੀਤੀ ਜੀ, ਜੋ ਖੇਤੀ ਕਾਨੂੰਨਾਂ ਦੇ ਵਕਤ ਜਿਹੜੀ ਇੱਕ ਮੁੱਖ ਮੰਗ ਸੀ ਕਿਸਾਨ ਜਥੇਬੰਦੀਆਂ ਦੀ ਜੀ ਕਿ ਸਵਾਮੀਨਾਥਨ ਰਿਪੋਰਟ ਜਿਹੜੀ ਹੈ ਉਹ ਲਾਗੂ ਕੀਤੀ ਜਾਵੇ। ਉਸ ਦੇ ਆਥਰ ਵੀ ਡਾਕਟਰ MS ਸਵਾਮੀਨਾਥਨ ਸੀ, ਜਿਨ੍ਹਾਂ ਨੂੰ ਕਿ UPA ਦੀ ਗਵਰਨਮੈਂਟ ਵੇਲੇ ਕਿਸਾਨ ਖੁਦਕੁਸ਼ੀਆਂ ਦਾ ਜਦ ਮਸਲਾ ਉੱਭਰਿਆ ਸੀ ਜੀ, ਉਦੋਂ ਡਾਕਟਰ MS ਸਵਾਮੀਨਾਥਨ ਨੂੰ ਸਰਕਾਰ ਨੇ ਇੱਕ ਕਮੇਟੀ ਬਣਾਈ ਸੀ ਜਿਸ ਦਾ ਚੇਅਰਮੈਨ ਡਾਕਟਰ ਸਵਾਮੀਨਾਥਨ ਨੂੰ ਬਣਾਇਆ ਸੀ ਜੀ। ਉਦੋਂ ਉਹਨਾਂ ਨੇ ਉਹਦੇ ਵਿੱਚ ਸਿਫਾਰਿਸ਼ਾਂ ਕੀਤੀਆਂ ਸੀ ਜਿਹੜੀ ਕਿਸਾਨੀ ਦੀ ਜਿਹੜੀ ਦੁਰਦਸ਼ਾ ਹੋਈ ਹੈ ਉਸ ਨੂੰ ਸੁਧਾਰਨ ਵਾਸਤੇ। ਸੋ ਡਾਕਟਰ MS ਸਵਾਮੀਨਾਥਨ ਇੱਕ ਸਾਇੰਟਿਸਟ, ਇੱਕ ਸੋਸ਼ਲ ਰਿਫਾਰਮਰ, ਕਿਉਂਕਿ ਉਹਨਾਂ ਨੇ ਸਾਇੰਸ ਨੂੰ ਆਪਦੀ ਨੂੰ ਸਮਾਜ ਕਲਿਆਣ ਦੇ ਲਈ ਵਰਤਿਆ, ਆਪਣੇ ਸੋਚ ਨੂੰ, ਆਪਣੀ ਵਿਗਿਆਨਕ ਸੋਚ ਨੂੰ, ਆਪਣੀ ਪ੍ਰਤਿਭਾ ਨੂੰ ਸਮਾਜ ਦੇ ਵਿੱਚ ਸੁਧਾਰ ਲਿਆਉਣ ਦੇ ਵਾਸਤੇ। ਤੇ ਪੋਲੀਟੀਸ਼ੀਅਨ ਤੇ ਲਾਅ ਮੇਕਰ, ਪੋਲੀਟੀਸ਼ੀਅਨ ਚਲੋ ਉਹਨਾਂ ਨੂੰ ਨਹੀਂ ਕਹਿ ਸਕਦੇ, ਲਾਅ ਮੇਕਰ ਕਹਿ ਸਕਦੇ ਹਾਂ ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਰਹੇ ਆ ਤੇ ਉਹ ਇੱਕ ਮਹੱਤਵਪੂਰਨ ਕਾਨੂੰਨ ਉਹਨਾਂ ਨੇ ਰਾਜ ਸਭਾ ਦੇ ਵਿੱਚ ਇੰਟਰੋਡਿਊਸ ਕਰਵਾਇਆ ਜੀ। ਸੋ ਇਹ ਜੀ ਪ੍ਰਤਿਭਾਸ਼ਾਲੀ, ਲੋਕ ਪੱਖੀ ਸ਼ਖਸੀਅਤ ਜਿਨ੍ਹਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ। ਆਪਣੇ ਪਿੱਛੇ ਉਹ ਆਪਣੀਆਂ 3 ਬੇਟੀਆਂ ਜਿਹੜੀਆਂ ਜੀ ਉਹ ਛੱਡ ਗਏ ਨੇ, ਪਰ ਭੰਮ ਸਾਹਿਬ ਜਿਹੜੇ ਉਹਨਾਂ ਦੇ ਪਾਏ ਹੋਏ ਪੂਰਨੇ ਹੈ ਉਹਨਾਂ ਨੂੰ ਦੁਨੀਆ ਯਾਦ ਕਰੂਗੀ, ਜਿਸ ਤਰ੍ਹਾਂ ਹੁਣ ਵੀ ਜਿਹੜੀ ਸਾਰੀ ਗੱਲਬਾਤ ਹੋ ਰਹੀ ਹੈ। ਸੋ ਡਾਕਟਰ ਸਵਾਮੀਨਾਥਨ ਦਾ ਜਨਮ August 7, 1925 ਨੂੰ ਹੋਇਆ ਜੀ। ਮੋਨਕੰਬੂ ਸੰਬਾਸਿਵਨ ਸਵਾਮੀਨਾਥਨ ਉਹਨਾਂ ਦਾ ਨਾਮ ਸੀ ਤੇ ਉਹਨਾਂ ਦੇ ਪਿਤਾ MK ਸੰਬਾਸਿਵਨ ਉਹ ਸਰਜਨ ਸੀ, ਬਾਈ ਪ੍ਰੋਫੈਸ਼ਨ ਡਾਕਟਰ ਸੀਗੇ ਜੀ। ਤੇ ਮਾਤਾ ਜੀ ਪਾਰਵਤੀ
ਥੰਗਾਮਲ, ਇਹ ਕੁੰਭਕੋਨਮ ਜਿਹੜਾ ਸ਼ਹਿਰ ਹੈ ਮਦਰਾਸ ਪ੍ਰੈਸੀਡੈਂਸੀ ਦੇ ਵਿੱਚ ਪੈਂਦਾ ਸੀ ਜੀ। ਪਹਿਲਾਂ ਸਾਰੇ ਹੀ ਦਰਅਸਲ ਆਜ਼ਾਦੀ ਤੋਂ ਪਹਿਲਾਂ ਜਿੰਨੀਆਂ ਵੀ ਸਾਊਥ ਇੰਡੀਅਨ ਸਟੇਟਸ ਹੈ ਇਹ ਸਾਰੀਆਂ ਇਕੱਠੀਆਂ ਹੁੰਦੀਆਂ ਸੀ, ਇਹਨਾਂ ਨੂੰ ਮਦਰਾਸ ਪ੍ਰੈਸੀਡੈਂਸੀ ਕਹਿੰਦੇ ਸੀ ਜੀ। ਤੇ 1940 ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ 10ਵੀਂ ਦੀ ਵਿੱਦਿਆ ਉਹ ਪੂਰੀ ਕੀਤੀ ਕੈਥੋਲਿਕ ਲਿਟਲ ਫਲਾਵਰ ਹਾਈ ਸਕੂਲ ਤੋਂ। ਤੇ ਫਿਰ ਜਿਹੜੀ ਉਚੇਰੀ ਵਿੱਦਿਆ ਦੇ ਲਈ ਉਹ ਜਿਹੜਾ ਮਹਾਰਾਜਾ ਦਾ ਕਾਲਜ ਸੀਗਾ ਤ੍ਰਿਵੇਂਦਰਮ ਦੇ ਵਿੱਚ, ਤੈਰਵਨਕੋਰ ਦਾ ਜਿਹੜਾ ਰਾਜਾ ਸੀ ਕੇਰਲਾ ਦੇ ਅੱਜ ਕੱਲ੍ਹ ਉਹ ਕੇਰਲਾ ਦਾ ਏਰੀਆ ਪੈਂਦਾ ਜੀ। ਸੋ ਉਹਦਾ ਜਿਹੜਾ ਕਾਲਜ ਸੀਗਾ ਉੱਥੇ ਜਾ ਕੇ ਉਹਨਾਂ ਨੇ ਐਗਰੀਕਲਚਰ, ਫਾਰਮਿੰਗ ਤੇ ਜਿਹੜਾ ਜ਼ੂਲੌਜੀ ਦੀ ਜਿਹੜੀ ਵਿੱਦਿਆ ਹੈ ਉਹ ਹਾਸਲ ਕੀਤੀ ਜੀ। ਫਿਰ ਭੰਮ ਸਾਹਿਬ ਜਦ ਉਹਨਾਂ ਨੇ ਮਦਰਾਸ ਪ੍ਰੈਸੀਡੈਂਸੀ ਦੇ ਵਿੱਚ, ਕਿਉਂਕਿ ਜਿਹੜਾ ਅੰਗਰੇਜ਼ ਦਾ ਮਾਲੀਆ ਨਿਜ਼ਾਮ ਸੀ ਉਹਨੇ ਭਾਰਤੀ ਕਿਸਾਨ ਦੀ ਬਹੁਤ ਜ਼ਿਆਦਾ ਦੁਰਦਸ਼ਾ ਕੀਤੀ ਹੋਈ ਸੀ, ਉਹਦੇ ਵਿੱਚ ਜਿਹੜੀਆਂ ਫਾਰਮਿੰਗ ਟੈਕਨੀਕਸ ਹੈ ਉਹਦੇ ਵਿੱਚ ਵੀ ਕੋਈ ਸੁਧਾਰ ਲਿਆਉਣ ਦੀ ਕੋਈ ਕੋਸ਼ਿਸ਼ ਨਹੀਂ ਕਦੇ ਕੀਤੀ ਗਈ ਜੀ। ਤੇ ਜਿਹੜਾ ਲਗਾਨ ਹੈ, ਮਾਲੀਆ, ਉਹ ਵੀ ਬਹੁਤ ਬੇਰਹਿਮੀ ਦੇ ਨਾਲ ਉਗਰਾਇਆ ਜਾਂਦਾ ਸੀ। ਸੋ ਕਿਸਾਨੀ ਦੀ ਜਿਹੜੀ ਦੁਰਦਸ਼ਾ ਉਹਨਾਂ ਨੇ ਦੇਖੀ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਆਪਣੀ ਜਿਹੜੀ ਉਚੇਰੀ ਵਿੱਦਿਆ ਹੈ ਉਸ ਤੋਂ ਅੱਗੇ ਉਹ ਹੁਣ ਐਗਰੀਕਲਚਰ ਦੇ ਵਿੱਚ ਹਾਸਲ ਕਰਨਗੇ। ਉਹਨਾਂ ਨੇ ਬੈਚਲਰ ਆਫ ਸਾਇੰਸ ਦੀ ਡਿਗਰੀ ਕੀਤੀ ਐਗਰੀਕਲਚਰ ਸਾਇੰਸ ਦੇ ਵਿੱਚ ਯੂਨੀਵਰਸਿਟੀ ਆਫ ਮਦਰਾਸ ਤੋਂ ਜੀ। ਇਹ ਗੱਲ ਹੈ 1944 ਦੀ। ਸੋ ਉਸ ਵਿਦਿਆਰਥੀ ਜੀਵਨ ਦੇ ਵਿੱਚ ਹੀ ਉਹਨਾਂ ਦੇ ਜਿਹੜੀ ਜ਼ਿੰਦਗੀ ਦਾ ਰੁਖ ਹੈ ਉਹ ਇਸ ਪਾਸੇ ਨੂੰ, ਉਹ ਕਿਸਾਨਾਂ ਦਾ ਕਲਿਆਣ ਕਰਨ ਦੇ ਪਾਸੇ ਉਹਨਾਂ ਦਾ ਝੁਕਾਅ ਹੋ ਗਿਆ ਸੀ। ਤੇ ਉਹਨਾਂ ਨੇ ਫਿਰ ਜਿਹੜਾ ਆਪਣਾ ਕਰੀਅਰ ਵੀ ਹੈ ਉਸਨੂੰ ਵੀ ਉਹੀ ਮੋੜਾ ਦਿੱਤਾ। 1947 ਤੋਂ 1949 ਦੇ ਤੱਕ ਭੰਮ ਸਾਹਿਬ, ਕਿਉਂਕਿ ਉਹ 1943 ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਜਿਹੜਾ ਇਵੈਂਟ ਹੈ ਉਹਨੂੰ ਵਿਟਨੈਸ ਕਰ ਚੁੱਕੇ ਸੀ ਭਾਰਤ ਦੇ ਵਿੱਚ, ਜਿਹੜਾ ਸੀ ਬੰਗਾਲ ਦਾ ਫੈਮਾਈਨ ਜੀ। ਬੰਗਾਲ ਦੇ ਵਿੱਚ ਅਕਾਲ 1940 ਦੇ ਵਿੱਚ ਜਿਹੜਾ ਪਿਆ ਸੀ ਭੰਮ ਸਾਹਿਬ, ਉਸ ਦੇ ਵਿੱਚ 30 ਤੋਂ 40 ਲੱਖ ਜਿਹੜਾ ਬੰਦਾ ਹੈ ਉਸਨੇ ਆਪਣੀ ਜਾਨ ਗਵਾਈ ਸੀ ਜੀ। ਉਹ ਵੀ ਆਰਟੀਫੀਸ਼ਲੀ ਕ੍ਰੀਏਟ ਕੀਤਾ ਗਿਆ ਇੱਕ ਫੈਮਾਈਨ ਸੀ, ਕਿਉਂਕਿ ਵਰਲਡ ਵਾਰ ਦੇ ਵਿੱਚ ਜਿਹੜੀ ਸਾਰੀ ਸਪਲਾਈ ਹੈ ਖਾਦ ਪਦਾਰਥਾਂ ਦੀ ਉਹ ਜਿਹੜੀ ਐਲਾਈਡ ਫੌਜ ਹੈ ਉਸਨੂੰ ਟਰਾਂਸਫਰ ਕਰ ਦਿੱਤੀ ਗਈ ਸੀ। ਤੇ ਭਾਰਤ ਦੇ ਬੰਗਾਲ ਦੇ ਲੋਕ ਉੱਥੇ ਅਕਾਲ ਪੈਣ ਦੇ ਕਾਰਨ ਭੁੱਖ ਨਾਲ ਦਮ ਤੋੜ ਰਹੇ ਸੀ। ਸੋ ਇਸ ਤਰ੍ਹਾਂ ਜਿਹੜਾ ਵਿੰਸਟਨ ਚਰਚਿਲ, ਜਿਸ ਨੂੰ ਹੀਰੋ ਮੰਨਿਆ ਜਾਂਦਾ ਵਰਲਡ ਵਾਰ 2 ਦਾ, ਉਹ ਉਸਦੇ ਹੱਥ 40 ਲੱਖ ਭਾਰਤੀਆਂ ਦੇ ਖੂਨ ਦੇ ਨਾਲ ਰੰਗੇ ਹੋਏ ਨੇ। ਤੇ ਉਸਨੂੰ ਵੀ ਕਿਸੇ ਤਰੀਕੇ ਜਿਹੜੇ ਹੋਰ ਉਸ ਸਮੇਂ ਦੇ ਵਰਲਡ ਲੀਡਰ ਸੀ ਜਿਨ੍ਹਾਂ ਨੂੰ ਹਥਿਆਰੇ ਮੰਨਿਆ ਜਾਂਦਾ ਹੈ, ਉਹਨਾਂ ਤੋਂ ਘੱਟ ਹਥਿਆਰਾ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਉਹ 40 ਲੱਖ ਭਾਰਤੀਆਂ ਦੇ ਜਿਹੜਾ ਕਾਲ ਦੇ ਵਿੱਚ ਮਰ ਜਾਣ ਦਾ ਉਹ ਜ਼ਿੰਮੇਵਾਰ ਹੈ। ਸੋ ਉਹਦੇ ਵਿੱਚ ਭੰਮ ਸਾਹਿਬ ਜਦੋਂ ਉਸਨੂੰ ਖਤ ਲਿਖਿਆ ਗਿਆ ਕਿ ਇੱਥੇ ਲੋਕ ਭੁੱਖ ਦੇ ਨਾਲ ਮਰ ਰਹੇ ਨੇ, ਜਿਹੜਾ ਉਸਨੇ ਭਾਰਤ ਦਾ ਜਿਹੜਾ ਵਾਇਸਰਾਏ ਹੈ ਉਸਨੇ ਉਸਨੂੰ ਖਤ ਲਿਖਿਆ, ਤਾਂ ਚਰਚਿਲ ਜਵਾਬ ਦੇ ਵਿੱਚ ਲਿਖਦਾ ਹੈ ਕਿ ਜੇ ਤੇਰੇ ਕੋਲ ਜਿਹੜੀ ਸਪਲਾਈ ਹੈ ਤੂੰ ਉਸ ਦੇ ਨਾਲ ਕੰਮ ਸਾਰ, ਤੇ ਜੇ ਲੋਕ ਮਰ ਰਹੇ ਨੇ ਤਾਂ ਮੈਨੂੰ ਦੱਸ ਵੀ ਗਾਂਧੀ ਹਜੇ ਤੱਕ ਜਿਉਂਦਾ ਕਿਉਂ ਹੈ। ਸੋ ਇਸ ਤਰ੍ਹਾਂ ਦਾ ਉਹਨੇ ਜਿਹੜਾ ਖਤ ਦਾ ਜਵਾਬ, ਇੰਨੀ ਉਸਨੇ ਸਿੰਸੈਰਿਟੀ ਜਿਹੜੀ ਉਹ ਲੋਕਾਂ ਦੇ ਪ੍ਰਤੀ ਦਿਖਾਈ, ਆਮ ਭਾਰਤੀਆਂ ਦੀ ਜਾਨ ਦਾ ਇਹ ਮੁੱਲ ਸੀ। ਜਿਹੜੇ ਲੋਕ ਕਹਿੰਦੇ ਨੇ ਵੀ ਅੰਗਰੇਜ਼ ਦਾ ਰਾਜ ਬੜਾ ਵਧੀਆ ਸੀ, ਐਂ ਸੀ ਉਹ ਸੀ, ਇਹ ਮੁੱਲ ਸੀ ਭਾਰਤੀ ਜਾਨਾਂ ਦਾ। ਸੋ ਇਹ ਕਿਸੇ ਦਿਨ ਫਿਰ ਇਹਦੀ ਚਰਚਾ ਕਰਾਂਗੇ। ਜਿਹੜਾ ਬੰਗਾਲ ਦਾ ਫੈਮਾਈਨ ਹੈ ਇਹ ਆਪਦੇ ਆਪ 'ਚ ਇੱਕ ਬੜਾ ਵੱਡਾ ਵਿਸ਼ਾ ਹੈ। ਸੋ ਉਹ ਫੈਮਾਈਨ ਜਿਹੜਾ ਹੈ ਉਹ ਡਾਕਟਰ ਸਵਾਮੀਨਾਥਨ ਨੇ ਜਿਹੜਾ ਉਹ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਤੇ ਉਹਨਾਂ ਦਾ ਜਿਹੜਾ ਅੰਦਰ ਹੈ, ਅੰਤਰ ਆਤਮਾ ਹੈ, ਉਹ ਝੰਜੋੜੀ ਗਈ। ਤੇ ਉਹਨਾਂ ਨੇ ਫੈਸਲਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਹੁਣ ਫਾਰਮਿੰਗ ਮੈਥਡਸ ਹੈ ਤੇ ਫਾਰਮਿੰਗ ਟੈਕਨੀਕਸ ਹੈ ਤੇ ਉਹਨੂੰ ਉਹ ਚੇਂਜ ਕਰਨਗੇ ਤੇ ਇੱਕ ਇਸ ਹਾਲਾਤ ਨੂੰ ਬਦਲਣਗੇ। ਸੋ ਭਾਮ ਸਾਹਿਬ, ਹਾਲਾਂਕਿ ਦੇਖੋ ਵੀ ਕੋਈ ਇੱਕ ਬੰਦਾ, ਅਸੀਂ ਕਹਿ ਦਿੰਦੇ ਹਾਂ ਵੀ ਇੱਕ ਬੰਦਾ ਕੀ ਕਰ ਸਕਦਾ ਹੈ, ਬਈ ਤੂੰ ਇਕੱਲਾ ਕੀ ਕਰੇਗਾ। ਸੋ ਇੱਕ ਬੰਦਾ ਹੀ ਜੇ ਨਿਸ਼ਚਾ ਕਰ ਲਵੇ ਤਾਂ ਕਈ ਵਾਰ ਹਾਲਾਤ ਉਹਨੂੰ ਉੱਥੇ ਲੈ ਜਾਂਦੇ ਆ ਜਿੱਥੇ ਉਹ ਬੜੀ ਵੱਡੀ ਚੇਂਜ ਦਾ ਇੱਕ ਜ਼ਰੀਆ ਬਣ ਜਾਂਦਾ ਹੈ। ਡਾਕਟਰ ਸਵਾਮੀਨਾਥਨ ਦੀ ਕਹਾਣੀ ਵੀ ਇਹੀ ਹੈ ਜੀ। ਉਹਨਾਂ ਨੇ ਇਹ ਫੈਸਲਾ ਕੀਤਾ, ਆਪਣੀ ਵਿੱਦਿਆ ਵੀ ਉਸ ਤਰੀਕੇ ਹਾਸਲ ਕੀਤੀ। ਜਦ ਇੰਨਾ ਕੁਝ ਦੇਖਿਆ ਤਾਂ ਉਹਨਾਂ ਨੇ ਕਿਸਾਨੀ ਨੂੰ ਸੁਧਾਰਨ ਦੀ ਜਿਹੜਾ ਨਿਸ਼ਚਾ ਉਹ ਕੀਤਾ, ਤੇ ਅੱਗੇ ਚੱਲ ਕੇ ਫਿਰ ਤੁਸੀਂ ਦੇਖੋ ਵੀ ਉਹ ਹਰੀ ਕ੍ਰਾਂਤੀ ਦੇ ਪਿਤਾਮਾ
ਉਹੀ ਬਣੇ। ਹੁਣ ਇਸ ਤੋਂ ਸਾਨੂੰ ਇਹ ਵੀ ਇੱਕ ਸਿੱਖਿਆ ਜਾਂ ਸੇਧ ਲੈਣੀ ਚਾਹੀਦੀ ਹੈ ਵੀ ਅਸੀਂ ਜਦ ਅਸੀਂ ਕਹਿ ਦਿੰਦੇ ਹਾਂ ਵੀ ਇਕੱਲਾ ਬੰਦਾ ਕੀ ਕਰ ਸਕਦਾ ਹੈ, ਇੱਥੇ ਕੁਝ ਨਹੀਂ ਹੋਣਾ, ਕੋਈ ਬਦਲਾਅ ਨਹੀਂ ਹੋਣਾ। ਸੋ ਆਪਣੀ ਜਿਹੜੀ ਕੋਸ਼ਿਸ਼ ਹੈ, ਆਪਣਾ ਜਿਹੜਾ ਨਿਸ਼ਚਾ ਹੈ ਜੇ ਦ੍ਰਿੜ ਹੋਵੇ ਤੇ ਇਮਾਨਦਾਰੀ ਦੇ ਨਾਲ ਜੇ ਕੁਝ ਕਰਨ ਦਾ ਤੁਸੀਂ ਫੈਸਲਾ ਲਵੋ ਤਾਂ ਕੁਝ ਵੀ ਅਚੀਵ ਕੀਤਾ ਜਾ ਸਕਦਾ। ਉਹ ਕਹਿੰਦੇ ਆ ਕਿ ਕੌਣ कहता है कि आसमान में छेद हो नहीं सकता, एक पत्थर तो तबीयत से उछालो यारो। ਸੋ ਡਾਕਟਰ ਸਵਾਮੀਨਾਥਨ ਨੇ ਫਿਰ ਜਿਹੜਾ ਇੰਡੀਪੈਂਡੈਂਸ ਤੋਂ ਬਾਅਦ, ਆਜ਼ਾਦੀ ਆਉਣ ਤੋਂ ਬਾਅਦ, ਉਹਨਾਂ ਨੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ IARI ਨਵੀਂ ਦਿੱਲੀ ਦੇ ਵਿੱਚ, ਜਿਸ ਦਾ ਜਿਹੜਾ ਫੋਕਸ ਸੀਗਾ ਉਹ ਪਲਾਂਟ ਜੈਨੇਟਿਕਸ ਤੇ ਸੀਗਾ ਤੇ ਬਰੀਡਿੰਗ ਤੇ। ਹੁਣ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਕਿਸਮਤ ਉਹਨਾਂ ਨੂੰ ਜਿਹੜੀ ਗ੍ਰੀਨ ਰੈਵੋਲੂਸ਼ਨ ਦੇ ਵੱਲ ਲੈ ਕੇ ਜਾ ਰਹੀ ਹੈ, ਕਿਉਂਕਿ ਗ੍ਰੀਨ ਰੈਵੋਲੂਸ਼ਨ ਵੀ ਜਿਹੜਾ ਹੈ ਉਹ ਜੈਨੇਟਿਕਸ ਦੇ ਨਾਲ ਜੁੜਿਆ ਹੋਇਆ ਸੀਗਾ। ਜਦੋਂ ਜੈਨੇਟਿਕਲੀ ਮੋਡੀਫਾਈਡ ਜਿਹੜੀਆਂ ਨਵੀਆਂ ਕਣਕ ਦੀਆਂ ਜਿਹੜੀਆਂ ਕਿਸਮਾਂ ਨੇ, ਨਸਲਾਂ ਨੇ, ਉਹ ਡਿਵੈਲਪ ਕੀਤੀਆਂ ਗਈਆਂ ਸੀ। ਸੋ ਉਹ ਜੈਨੇਟਿਕਸ ਦੇ ਵੱਲ ਉਹ ਆ ਗਏ। ਉੱਥੇ ਉਹਨਾਂ ਨੇ ਅੱਗੇ ਚੱਲ ਕੇ ਕ੍ਰੌਪ ਇੰਪਰੂਵਮੈਂਟ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਜਿਹੜੀ ਡਿਗਰੀ ਹੈ ਉਹ ਹਾਸਲ ਕੀਤੀ ਜੀ। ਫਿਰ 1949 ਤੋਂ ਲੈ ਕੇ 1954 ਦੇ ਤੱਕ ਭੰਮ ਸਾਹਿਬ ਉਹਨਾਂ ਨੇ ਉਹਨਾਂ ਦੀ, ਕਿਉਂਕਿ ਪੋਟੇਟੋ ਦੇ ਉੱਤੇ, ਆਲੂਆਂ ਦੇ ਉੱਤੇ ਉਹਨਾਂ ਨੇ ਫਿਰ ਸਪੈਸ਼ਲਾਈਜੇਸ਼ਨ ਕੀਤੀ ਸੀ ਜੀ, ਤੇ ਉਹਨਾਂ ਨੂੰ 8 ਮਹੀਨੇ ਦੀ ਜਿਹੜੀ ਇੱਕ ਅਸਾਈਨਮੈਂਟ ਹੈ ਰਿਸਰਚ ਦੀ, ਉਹ ਯੂਨੈਸਕੋ ਦੇ ਵਿੱਚ ਮਿਲੀ ਜੀ। ਹੁਣ ਵਿਸ਼ਵ ਪ੍ਰਸਿੱਧ ਜਿਹੜੇ ਸਾਰੇ ਵੱਡੇ ਵੱਡੇ ਇੰਸਟੀਟਿਊਸ਼ਨ ਸੀ ਉਹ ਡਾਕਟਰ ਸਵਾਮੀਨਾਥਨ ਨੂੰ ਚਾਹੁੰਦੇ ਸੀ ਉਹ ਵੀ ਪੋਟੈਟੋ ਦੇ ਵਿੱਚ ਉਹਨਾਂ ਨੂੰ ਫਿਰ ਯੂਨੈਸਕੋ ਦੇ ਵਿੱਚ ਮਿਲੀ ਕਿ ਜਿਹੜਾ ਪੈਰਾਸਾਈਟ ਇਨਫੈਕਸ਼ਨ ਹੈ ਉਸ ਨੂੰ ਘੱਟ ਕਿਵੇਂ ਕੀਤਾ ਜਾਵੇ, ਇਨਫੈਸਟੇਸ਼ਨ ਨੂੰ, ਤੇ ਐਕਸਟ੍ਰੀਮ ਜਿਹੜਾ ਕੋਈ ਕੋਲਡ ਵੈਦਰ ਹੈ ਉਸ ਦੇ ਵਿੱਚ ਆਲੂਆਂ ਦੀ ਫਸਲ ਨੂੰ ਕਿਵੇਂ ਬਚਾਇਆ ਜਾ ਸਕੇ। ਇਹਦੇ ਉੱਤੇ ਉਹਨਾਂ ਨੇ ਕੰਮ ਕੀਤਾ। ਫਿਰ ਉਹ ਯੂਨੀਵਰਸਿਟੀ ਆਫ ਕੈਂਬਰਿਜ ਦਾ ਜਿਹੜਾ ਸਕੂਲ ਆਫ ਐਗਰੀਕਲਚਰ ਹੈ ਉਸ ਦੇ ਵਿੱਚ ਗਏ। ਉੱਥੇ ਉਹਨਾਂ ਨੇ ਪਲਾਂਟ ਬਰੀਡਿੰਗ ਇੰਸਟੀਚਿਊਟ ਹੈ ਜਿਹੜਾ, ਉੱਥੇ ਜਾ ਕੇ ਡਾਕਟਰੇਟ ਦੀ ਆਪਣੀ ਜਿਹੜੀ ਸਟੱਡੀ ਹੈ ਉਹ ਪੂਰੀ ਕੀਤੀ ਤੇ PhD ਜਿਹੜੀ ਹੈ ਯੂਨੀਵਰਸਿਟੀ ਆਫ ਕੈਂਬਰਿਜ ਤੋਂ ਹਾਸਲ ਕੀਤੀ। ਤੇ 15 ਮਹੀਨੇ ਜਿਹੜੇ ਹੈ ਉਹਨਾਂ ਨੇ ਲੈਬੋਰੇਟਰੀ ਆਫ ਜੈਨੇਟਿਕਸ ਯੂਨੀਵਰਸਿਟੀ ਆਫ ਵਿਸਕੌਨਸਿਨ US ਦੇ ਵਿੱਚ ਲਾਏ। ਉੱਥੇ ਜਿਹੜਾ ਗਵਰਨਮੈਂਟ ਦਾ ਪੋਟੈਟੋ ਰਿਸਰਚ ਸਟੇਸ਼ਨ ਸੀਗਾ ਉਹਦੇ ਵਿੱਚ ਪੋਸਟ ਡਾਕਟਰਲ ਰਿਸਰਚ ਕੀਤੀ PhD ਤੋਂ ਬਾਅਦ। ਤੇ ਫਿਰ ਆਪਣੀ ਜਿਹੜੀ ਇਹ ਸਾਰੀ ਰਿਸਰਚ ਪੂਰੀ ਕਰਕੇ, ਕਿਉਂਕਿ ਜਿਹੜਾ ਉਹਨਾਂ ਦਾ ਦਿਲ ਹੈ ਉਹ ਆਪਣੇ ਮੁਲਕ ਦੇ ਵਿੱਚ ਜਿਹੜੇ ਕਿਸਾਨੀ ਦੇ ਹਾਲਾਤ ਜਿਹੜੇ ਉਹਨਾਂ ਨੇ ਦੇਖੇ ਸੀ ਉਹ ਸੁਧਾਰਨ ਦੇ ਵਾਸਤੇ ਸੀਗਾ ਜੀ, ਉਹ ਸਾਰਾ ਕੁਝ ਛੱਡ ਛਡਾ ਕੇ ਫਿਰ ਉਹ ਵਾਪਸ ਭਾਰਤ ਆ ਗਏ ਤੇ IARI ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਸ਼ਨ ਉਸ ਨੂੰ ਦੁਬਾਰਾ ਜੁਆਇਨ ਕੀਤਾ। ਤੇ ਇਸ ਤਰ੍ਹਾਂ ਸਾਰਾ ਇੰਟਰਨੈਸ਼ਨਲ ਐਕਸਪੀਰੀਅੰਸ ਲੈ ਕੇ ਉਹ, ਚਾਹੇ ਉਹ ਯੂਨੈਸਕੋ ਦਾ ਹੋਵੇ, ਚਾਹੇ ਉਹ UK ਦਾ ਹੋਵੇ, US ਦਾ ਹੋਵੇ, ਉਹ ਸਾਰਾ ਐਕਸਪੀਰੀਅੰਸ ਲੈ ਕੇ ਉਹ ਦੁਬਾਰਾ ਜਿਹੜਾ ਹੈ ਉਹ ਭਾਰਤ ਦੇ ਵਿੱਚ ਆ ਗਏ ਤੇ ਜਿਹੜਾ ਐਗਰੀਕਲਚਰ ਇੰਸਟੀਟਿਊਸ਼ਨ ਹੈ ਉਹ ਦੁਬਾਰਾ ਜੁਆਇਨ ਕਰ ਲਿਆ। ਸੋ IARI ਦੇ ਵਿੱਚ ਐਜ਼ ਅ ਸਾਇੰਟਿਸਟ ਕੰਮ ਕਰਦਿਆਂ ਹੋਇਆਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਡਾਕਟਰ ਨਾਰਮਨ ਬੋਰਲੌਗ, ਜਿਸ ਨੇ ਇੱਕ ਮੈਕਸੀਕਨ ਜਿਹੜੀ ਡਵਾਰਫ ਕਣਕ ਦੀ ਵੈਰਾਈਟੀ ਹੈ ਉਹ ਪੈਦਾ ਕੀਤੀ ਹੈ ਜੀ। ਇਹ ਸੂਚਨਾ ਉਹਨਾਂ ਦੇ ਲਈ ਭੰਮ ਸਾਹਿਬ ਬੜੀ ਮਹੱਤਵਪੂਰਨ ਸੀ, ਕਿਉਂਕਿ ਜਿਹੜੀ ਇਹ ਵੈਰਾਈਟੀ ਡਾਕਟਰ ਨਾਰਮਨ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਸਿੱਧੀ ਸੀਗੀ, ਉਹ ਕਣਕ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਪਹਿਲਾਂ ਹੀ ਕਈ ਮੁਲਕਾਂ ਦੇ ਵਿੱਚ ਉਹ ਕਰ ਚੁੱਕੇ ਸੀ। ਸੋ ਉਹਨਾਂ ਨੂੰ ਇਹ ਜਦ ਜਾਣਕਾਰੀ ਡਾਕਟਰ ਸਵਾਮੀਨਾਥਨ ਨੂੰ ਮਿਲੀ ਕਿ ਡਾਕਟਰ ਨਾਰਮਨ ਜਿਹੜੇ ਹੈ ਉਹ ਨਵੀਂ ਵੈਰਾਈਟੀ ਡਿਵੈਲਪ ਕਰ ਚੁੱਕੇ ਆ। ਇਸ ਵੈਰਾਈਟੀ ਦੀ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਜਿਹੜਾ ਝਾੜ ਹੈ ਉਹ ਜ਼ਿਆਦਾ ਨਿਕਲਦਾ ਤੇ ਇਹਦਾ ਜਿਹੜਾ ਬੂਟਾ ਹੈ ਉਹਦਾ ਜਿਹੜਾ ਸਟਾਕ ਸਟਰਕਚਰ ਹੈ ਉਹ ਬੜਾ ਸਟਰੋਂਗ ਹੈ ਤੇ ਇਨਕਰੀਜ਼ਡ ਬਾਇਓਮਾਸ ਹੈ ਤੇ ਰੈਜ਼ਿਸਟੈਂਸ ਕਾਫੀ ਬਿਮਾਰੀਆਂ ਤੋਂ ਜਾਂ ਇਨਫੈਕਸ਼ਨਸ ਤੋਂ ਰੈਜ਼ਿਸਟੈਂਟ ਹੈ। ਸੋ ਉਹਨਾਂ ਨੂੰ ਇਹ ਲੱਗਿਆ ਕਿ ਜਿਹੜਾ ਇਹ ਬੂਟਾ ਹੈ, ਇਹ ਜਾਨੀ ਇਹ ਟੈਕਨੀਕ ਹੈ, ਇਹ ਭਾਰਤ ਦੇ ਵਿੱਚ ਜਿਹੜੀ ਕਣਕ ਦੀ ਪ੍ਰੋਡਕਸ਼ਨ ਹੈ ਉਸ ਨੂੰ ਵਧਾਉਣ ਦੇ ਵਿੱਚ ਸਹਾਈ ਹੋ ਸਕਦਾ। ਹੁਣ ਭੰਮ ਸਾਹਿਬ ਗ੍ਰੀਨ ਰੈਵੋਲੂਸ਼ਨ ਜਾਂ ਇਹ ਤੋਂ ਆਪਾਂ ਪਹਿਲਾਂ ਗੱਲ ਕਰੀਏ ਵੀ ਹਾਲਾਤ ਕੀ ਸੀਗੇ। ਜਿਹੜਾ ਭਾਰਤ ਦੇ ਵਿੱਚ ਐਗਰੀਕਲਚਰ ਸੀ ਉਹ ਬੜਾ ਪਛੜਿਆ ਹੋਇਆ ਸੀ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਜੀ। ਹਾਂ,
ਇਹ ਗੱਲ ਜ਼ਰੂਰ ਮੰਨਣੀ ਪਊ ਕਿ ਕੁਝ ਇੰਪਰੂਵਮੈਂਟਸ ਹੈ ਜਿਹੜੀਆਂ ਉਹ ਕਲੋਨੀਅਲ ਗਵਰਨਮੈਂਟ ਨੇ ਜ਼ਰੂਰ ਕੀਤੀਆਂ, ਪਰ ਸਿਰਫ ਕੁਝ ਹਿੱਸਿਆਂ ਦੇ ਵਿੱਚ ਜੀ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਹ ਨਹਿਰਾਂ ਦਾ ਜਾਲ ਉਹਨਾਂ ਨੇ ਵਿਛਾਇਆ, ਜਿਹੜੀਆਂ ਕਨਾਲ ਕਲੋਨੀਜ਼ ਜਿਸ ਨੂੰ ਕਿਹਾ ਜਾਂਦਾ ਹੈ ਉਹ ਜ਼ਰੂਰ ਬਣਾਈਆਂ, ਜਿਸ ਦੇ ਨਾਲ ਐਗਰੀਕਲਚਰ ਦਾ ਕੁਝ ਇੰਪਰੂਵਮੈਂਟ ਜ਼ਰੂਰ ਹੋਈ, ਪਰ ਲਾਰਜਲੀ ਜਿਹੜਾ ਐਗਰੀਕਲਚਰ ਹੈ ਉਹ ਪਛੜਿਆ ਹੋਇਆ ਸੀ ਭਾਰਤ ਦੇ ਵਿੱਚ। ਜਿਹੜੀ ਖੇਤੀ ਹੈ ਉਹ ਅੱਜ ਵੀ ਕਾਫੀ ਹਿੱਸਾ ਜਿਹੜਾ ਉਹ ਬਾਰਿਸ਼ ਦੇ ਉੱਤੇ ਨਿਰਭਰ ਸੀ, ਤੇ ਜਿਹੜੀ ਖੇਤੀ ਹੈ ਉਹ ਸਿਰਫ ਕਿਸਾਨ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਕਰਦਾ ਸੀ, ਜਿਸ ਨੂੰ ਸਬਸਿਸਟੈਂਸ ਐਗਰੀਕਲਚਰ ਜਿਸ ਨੂੰ ਕਿਹਾ ਜਾਂਦਾ ਸੀ। ਸੋ ਭਾਰਤ ਦੇ ਵਿੱਚ ਜਿਹੜੀ ਵੀਟ ਪ੍ਰੋਡਕਸ਼ਨ ਹੈ ਉਹ ਇੱਕ ਵੱਡਾ ਚੈਲੰਜ ਬਣੀ ਹੋਈ ਸੀ, ਤੇ ਭਾਰਤ ਨੂੰ ਦੂਸਰੇ ਮੁਲਕਾਂ ਤੋਂ, ਖਾਸ ਤੌਰ ਤੇ USA ਤੋਂ ਕਣਕ ਹੈ ਜਿਹੜੀ ਉਹ ਇੰਪੋਰਟ ਕਰਨੀ ਪੈਂਦੀ ਸੀ, ਤੇ ਉਸ ਦਾ ਜਿਹੜਾ ਫਾਇਦਾ ਹੈ ਉਹ ਦੂਸਰੇ ਮੁਲਕ ਭਾਰਤ ਦੀ ਨਿਰਭਰਤਾ ਦਾ ਉਹ ਚੱਕਣਾ ਚਾਹੁੰਦੇ ਸੀ। ਸੋ ਜਿਹੜੀ ਫੂਡ ਸਿਕਿਉਰਿਟੀ ਹੈ ਉਹ ਭਾਰਤ ਦੇ ਵਿੱਚ ਨਹੀਂ ਸੀ। ਸੋ ਆਜ਼ਾਦੀ ਮਿਲਣ ਤੋਂ ਬਾਅਦ ਹੀ ਭਾਰਤ ਦਾ ਇਹ ਟੀਚਾ ਸੀ ਕਿ ਜਿਹੜੀ ਫੂਡ ਸਿਕਿਉਰਿਟੀ ਹੈ ਉਹ ਕਿਸ ਤਰ੍ਹਾਂ ਆਪਣੇ ਮੁਲਕ ਦੇ ਲੋਕਾਂ ਦਾ ਜਿਹੜਾ ਢਿੱਡ ਹੈ ਉਹ ਭਰਿਆ ਜਾ ਸਕੇ, ਤੇ ਦੂਸਰੇ ਮੁਲਕਾਂ ਤੋਂ ਜਿਹੜੀ ਡਿਪੈਂਡੈਂਸ ਹੈ ਉਹ ਘਟਾਈ ਜਾ ਸਕੇ। ਸ਼ਾਸਤਰੀ ਜੀ ਦਾ ਦੌਰ ਆਉਂਦਿਆਂ ਆਉਂਦਿਆਂ ਤਾਂ ਇੱਥੇ ਤੱਕ ਗੱਲ ਪਹੁੰਚ ਗਈ ਸੀ ਭੰਮ ਸਾਹਿਬ, ਤੁਹਾਡੇ ਵੀ ਚੇਤੇ ਹੋਊਗਾ ਕਿ ਜਿਹੜੀ ਭਾਰਤ ਦੀ ਨਿਰਭਰਤਾ ਹੈ ਕਣਕ ਦੀ, ਉਸ ਦਾ ਫਾਇਦਾ ਜਿਹੜਾ ਉਹ ਦੂਸਰੇ ਮੁਲਕ ਉਠਾ ਕੇ ਜਿਹੜੀ ਭਾਰਤ ਦੀ ਵਿਦੇਸ਼ ਨੀਤੀ ਹੈ ਉਸ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸੀ ਜੀ। ਪਰ ਸ਼ਾਸਤਰੀ ਜੀ ਨੇ ਸਟੈਂਡ ਲੈਂਦਿਆਂ ਹੋਇਆਂ ਭਾਰਤ ਦੇ ਲੋਕਾਂ ਨੂੰ ਇਹ ਆਹਵਾਨ ਕੀਤਾ ਸੀ, ਅਪੀਲ ਕੀਤੀ ਸੀ ਕਿ ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਜਿਹੜਾ ਹੈ ਉਹ ਅੰਨ ਦਾ ਵਰਤ ਰੱਖਿਆ ਜਾਵੇ। ਤੇ ਮੈਂ ਆਪਣੇ ਬਜ਼ੁਰਗਾਂ ਤੋਂ ਇਹ ਗੱਲ ਸੁਣੀ ਹੈ ਕਿ ਸ਼ਾਸਤਰੀ ਜੀ ਦੇ ਅਪੀਲ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਦੇਸ਼ ਦੇ ਵਿੱਚ ਇਹ ਮੁਹਿੰਮ ਚੱਲੀ ਸੀ, ਤੇ ਲੋਕਾਂ ਨੇ ਅੰਨ ਖਾਣਾ ਛੱਡ ਦਿੱਤਾ ਸੀ ਕਿ ਸਾਡੇ ਦੇਸ਼ ਕੋਲੇ ਅੰਨ ਦੀ ਪ੍ਰੋਡਕਸ਼ਨ ਹੈ ਨਹੀਂ। ਸੋ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਡਾਕਟਰ ਸਵਾਮੀਨਾਥਨ ਹੈ ਉਹ ਡਾਕਟਰ ਨਾਰਮਨ ਬਾਰਲੌਗ ਦੇ ਨਾਲ ਜਿਹੜਾ ਸੰਪਰਕ ਸਾਧਦੇ ਹੈ, ਤੇ ਫਿਰ ਉਹ ਦੋਨੇ ਇਕੱਠੇ ਕ੍ਰੌਪ ਵੈਰਾਈਟੀ ਤੇ ਇੰਡੀਆ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦੇ ਨੇ ਕਿ ਭਾਰਤੀ ਜਿਹੜੀ ਸੋਇਲ ਟਾਈਪ ਹੈ ਉਸ ਦੇ ਵਿੱਚ ਜਿਹੜੀ ਉਪਯੁਕਤ ਕੈਟੇਗਰੀ ਹੈ ਉਹ ਕਿਹੜੀ ਹੋਵੇਗੀ, ਤੇ ਉਸ ਨੂੰ ਕਿਸ ਤਰ੍ਹਾਂ ਜਿਹੜਾ ਹੈ ਉਹ ਡਿਵੈਲਪ ਕੀਤਾ ਜਾਵੇ। ਤੇ ਉਹਦੇ ਵਿੱਚ ਨਵੀਂ ਟੈਕਨੀਕ ਤੇ ਖਾਦ, ਨਵੀਆਂ ਖਾਦਾਂ ਤੇ ਪਾਣੀ ਇਰੀਗੇਸ਼ਨ ਦੀਆਂ ਨਵੀਆਂ ਟੈਕਨੀਕਾਂ, ਉਸ ਦੇ ਵਿੱਚ ਸਾਰਾ ਕੁਝ ਇਨਵੋਲਵ ਸੀ, ਕਿਉਂਕਿ ਜਿਹੜੀ ਇਹ ਵੈਰਾਈਟੀ ਸੀ ਇਸ ਨੂੰ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਲੋੜੀਂਦੀਆਂ ਸੀ। ਸੋ 1965 ਤੋਂ 70 ਦੇ ਦੌਰਾਨ ਜਿਹੜੀ ਹੈ ਇਹ ਰਿਸਰਚ ਉਹ ਕੰਟੀਨਿਊ ਕਰਦੇ ਰਹੇ ਲਗਾਤਾਰ, ਤੇ ਬਾਰਲੌਗ ਦੇ ਨਾਲ ਕਾਫੀ ਵੀਟ ਵੈਰਾਈਟੀਜ਼ ਉਹਨਾਂ ਨੇ ਡਿਵੈਲਪ ਕੀਤੀਆਂ, ਮੋਡੀਫਾਈਡ ਗ੍ਰੇਨਸ ਦੀਆਂ, ਹਾਈ ਯੀਲਡ ਕਰਨ ਵਾਲੀਆਂ। ਬਾਅਦ ਦੇ ਵਿੱਚ ਜਦ ਉਹ ਸਾਰੀਆਂ ਇਹ ਉਹਨਾਂ ਨੇ ਵੈਰਾਈਟੀਜ਼ ਡਿਵੈਲਪ ਕਰ ਲਈਆਂ ਤਾਂ ਉਹਨਾਂ ਨੇ ਭਾਰਤ ਦੇ ਕਿਸਾਨਾਂ ਨੂੰ, ਖਾਸ ਤੌਰ ਉੱਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਨੂੰ ਕਨਵਿੰਸ ਕੀਤਾ ਕਿ ਇਸ ਨੂੰ ਟ੍ਰਾਇਲ ਬੇਸਿਸ ਦੇ ਉੱਤੇ ਥੋੜਾ ਥੋੜਾ ਇਸ ਦੀ ਖੇਤੀ ਕੀਤੀ ਜਾਵੇ। ਫਿਰ ਭੰਮ ਸਾਹਿਬ ਜਦੋਂ ਇਹ ਟ੍ਰਾਇਲ ਕਾਮਯਾਬ ਹੋਈ, ਫਿਰ ਅੱਗੇ ਤਾਂ ਜਿਸ ਤਰ੍ਹਾਂ ਕਹਿੰਦੇ ਨੇ ਕਿ ਰੈਸਟ ਐਜ਼ ਯੂ ਨੋ ਇਜ਼ ਹਿਸਟਰੀ, ਕਿਸ ਤਰ੍ਹਾਂ ਫਿਰ ਜਿਹੜਾ ਹਰਾ ਇਨਕਲਾਬ ਆਇਆ, ਜਿਸ ਦਾ ਫਾਇਦਾ ਪੰਜਾਬ ਨੂੰ, ਹਰਿਆਣੇ ਨੂੰ, ਉੱਤਰ ਪ੍ਰਦੇਸ਼ ਨੂੰ ਦੇ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਮਿਲਿਆ ਦੇਸ਼ ਦੇ ਵਿੱਚ, ਕਿਉਂਕਿ MSP ਦੀ ਜਿਹੜੀ ਪਾਲਿਸੀ ਇਹ ਵੀ ਉਦੋਂ ਹੀ ਲਿਆਂਦੀ ਗਈ, ਕਿਉਂਕਿ ਪ੍ਰੋਡਕਸ਼ਨ ਤਾਂ ਹੋ ਜੂਗੀ ਪਰ ਕਿਸਾਨ ਪ੍ਰੋਡਕਸ਼ਨ ਕਰੂ ਕਿਉਂ, ਉਸ ਨੂੰ ਗਰੰਟੀ ਵੀ ਚਾਹੀਦੀ ਹੈ ਕਿ ਸਰਕਾਰ ਖਰੀਦੂਗੀ। ਸਰਕਾਰ ਨੂੰ ਲੋੜ ਵੀ ਸੀ ਆਪਦੇ ਜਿਹੜੇ ਅੰਨ ਦੇ ਭੰਡਾਰ ਭਰਨ ਦੀ ਖਾਤਰ। ਸੋ ਉਸ ਦੇ ਨਾਲ ਜਿਹੜੀ ਪੰਜਾਬ ਦੇ ਵਿੱਚ ਖੁਸ਼ਹਾਲੀ, ਪੰਜਾਬ ਦੇ ਵਿੱਚ ਤਰੱਕੀ ਸਾਨੂੰ ਜਿਹੜੀ ਦਿਸਦੀ ਹੈ ਉਹ ਸਭ ਹਰੇ ਇਨਕਲਾਬ ਦਾ ਉਸ ਦੀ ਦੇਣ ਹੈ। ਤੇ ਇੱਕਦਮ ਜਿਹੜੀ ਪ੍ਰੋਡਕਸ਼ਨ ਹੈ ਉਹ ਟ੍ਰਿਪਲ ਹੋ ਗਈ ਹਿੰਦੁਸਤਾਨ ਦੇ ਵਿੱਚ, ਕਣਕ ਦੀ ਸਾਰੇ ਅੰਨ ਦੇ ਭੰਡਾਰ ਭਰ ਗਏ ਜੀ। ਤੁਸੀਂ ਈਵਨ ਦੇਖੋ ਕਿ ਅੱਜ ਹੁਣ ਤਾਂ FCI ਦੇ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਕੋਲੇ ਉਹ ਜਿਹੜੇ ਅਨਾਜ ਹੈ ਉਹ ਸਾਂਭਣ ਦੇ ਲਈ ਜਗ੍ਹਾ ਨਹੀਂ ਬਚੀ, ਇੰਨਾ ਫੂਡ ਸਰਪਲਸ ਜਿਹੜਾ ਹੈ ਉਹ ਦੇਸ਼ ਹੋ ਗਿਆ। ਸੋ ਇਸ ਤਰ੍ਹਾਂ ਭੰਮ ਸਾਹਿਬ ਉਹਨਾਂ ਨੇ ਜਿਹੜਾ ਗ੍ਰੀਨ ਰੈਵੋਲੂਸ਼ਨ ਹੈ ਜਿਹੜਾ ਸਾਰਾ ਉਹ ਲੈ ਕੇ ਆਂਦਾ। ਗ੍ਰੀਨ ਰੈਵੋਲੂਸ਼ਨ ਦੇ ਵਿੱਚ ਜਿਹੜਾ ਹੈ ਉਹ ਮਹੱਤਵਪੂਰਨ ਰੋਲ ਆਪਣਾ ਅਦਾ ਕੀਤਾ, ਤੇ ਉਸ ਸਮੇਂ ਦੀ ਦੇਖੋ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਸ ਨੂੰ ਵੀ ਸ਼੍ਰੇਅ ਜਾਂਦਾ ਹੈ, ਚਾਹੇ ਉਹ ਪ੍ਰਧਾਨ ਮੰਤਰੀ ਸ਼ਾਸਤਰੀ ਹੋਣ ਜਿਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ,
ਨੀਂਹ ਉਹਨਾਂ ਨੇ ਰੱਖਤੀ ਸੀ। ਹਾਲਾਂਕਿ 1954 ਤੋਂ ਅਸੀਂ ਦੇਖਿਆ ਵੀ ਕੰਮ ਹੋ ਰਿਹਾ ਸੀ ਇਸ ਦੇ ਉੱਤੇ ਜੀ, ਕਿਉਂਕਿ ਕੋਈ ਵੀ ਚੀਜ਼ ਹੈ ਜਿਹੜੀ ਉਹ ਰਾਤੋਂ ਰਾਤ ਨਹੀਂ ਹੁੰਦੀ। ਨਤੀਜਾ ਸਾਨੂੰ ਰਾਤੋਂ ਰਾਤ ਦਿਸਦਾ ਹੈ, ਪਰ ਉਸਦੇ ਪਿੱਛੇ ਬਹੁਤ ਵੱਡੀਆਂ ਟੀਮਾਂ ਦਾ, ਵਿਗਿਆਨਕਾਂ ਦਾ, ਪੋਲੀਟੀਸ਼ੀਅਨਾਂ ਦਾ, ਸਰਕਾਰਾਂ ਦਾ, ਬਿਊਰੋਕ੍ਰੇਸੀ ਦਾ ਇੱਕ ਬਹੁਤ ਵੱਡਾ ਜਿਹੜਾ ਹੋਮਵਰਕ, ਗਰਾਊਂਡ ਵਰਕ ਉਹਦੇ ਪਿੱਛੇ ਹੁੰਦਾ ਹੈ। ਤੇ ਕਿਸਾਨਾਂ ਦਾ ਵੀ, ਜਿਹੜੇ ਕਿਸਾਨਾਂ ਨੇ ਇਸ ਦੀ ਸ਼ੁਰੂਆਤ ਕੀਤੀ। ਸੋ ਇਸ ਤਰ੍ਹਾਂ ਜਿਹੜਾ ਉਹ ਹਰੀ ਕ੍ਰਾਂਤੀ ਤੋਂ ਉਹਨਾਂ ਨੇ ਭਾਰਤ ਨੂੰ, ਜਿਸ ਨੂੰ ਪਹਿਲਾਂ ਬੈਗਿੰਗ ਬੋਲ ਕਿਹਾ ਜਾਂਦਾ ਸੀ ਕਿ ਮੰਗਦੇ ਹੈ ਕਣਕ ਜੀ ਭਿਖਾਰੀਆਂ ਦੀ ਤਰ੍ਹਾਂ, ਬੈਗਿੰਗ ਬੋਲ ਦਾ ਜਿਹੜਾ ਹੈ ਉਹ ਤਗਮਾ ਸਾਡੇ ਮੱਥੇ ਤੋਂ ਲਾ ਕੇ ਜਿਹੜੀ ਹੈ ਬ੍ਰੈਡ ਬਾਸਕਟ ਆਫ ਦਾ ਵਰਲਡ ਇੰਡੀਆ ਨੂੰ ਉਹ ਬਣਾਉਣ ਦੇ ਵਿੱਚ ਉਹ ਕਾਮਯਾਬ ਰਹੇ। ਗਿੱਲ ਸਾਹਿਬ, ਫਿਰ ਇਸ ਤੋਂ ਅੱਗੇ ਜੇ ਅਸੀਂ ਕਹੀਏ ਤਾਂ ਡਾਕਟਰ MS ਸਵਾਮੀਨਾਥਨ ਹੋਣਾ ਦਾ ਜਿਹੜਾ ਕੈਰੀਅਰ ਉਹ ਕਿਸ ਤਰ੍ਹਾਂ ਦਾ ਰਿਹਾ ਜੀ? ਭੰਮ ਸਾਹਿਬ ਉਹਨਾਂ ਦੇ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਡਾਇਰੈਕਟਰ ਜਨਰਲ ਬਣਾਇਆ ਗਿਆ ਪਹਿਲਾਂ ICAR ਦਾ, ਜਿਹੜਾ ਇੰਡੀਅਨ ਐਗਰੀਕਲਚਰ ਰਿਸਰਚ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ। ਉੱਥੇ ਉਹਨਾਂ ਨੇ ਜਿਹੜਾ ਕੰਮ ਕੀਤਾ ਫਾਰਮਰਸ ਨੂੰ ਐਜੂਕੇਟ ਕਰਨ ਦਾ, ਕ੍ਰੌਪ ਪੈਟਰਨਸ ਦੇ ਬਾਰੇ। ਉਹਨਾਂ ਨੇ ਫਿਰ ICAR ਦੇ ਹਜ਼ਾਰਾਂ ਸੈਂਟਰ ਜਿਹੜੇ ਹੈ ਅਕ੍ਰੋਸ ਇੰਡੀਆ ਉਹ ਬਣਵਾ ਦਿੱਤੇ। ਫਿਰ ਇੰਦਰਾ ਗਾਂਧੀ ਦੀ ਗਵਰਨਮੈਂਟ ਦੇ ਵਿੱਚ ਉਹਨਾਂ ਨੂੰ ਪ੍ਰਿੰਸੀਪਲ ਸੈਕਟਰੀ ਬਣਾਇਆ ਗਿਆ ਮਿਨਿਸਟਰੀ ਆਫ ਐਗਰੀਕਲਚਰ ਦਾ। ਤੁਸੀਂ ਦੇਖੋ, ਪਹਿਲਾਂ ਐਜ਼ ਅ ਵਿਗਿਆਨਿਕ ਉਹ ਕੰਮ ਕਰ ਚੁੱਕੇ ਹੈ ਤੇ ਹੁਣ ਉਹ ਇੱਕ ਐਜ਼ ਅ ਪਾਲਿਸੀ ਮੇਕਰ, ਐਜ਼ ਅ ਬਿਊਰੋਕਰੈਟ ਉਹਨਾਂ ਨੂੰ ਪ੍ਰਿੰਸੀਪਲ ਸੈਕਟਰੀ ਬਣਾਇਆ ਗਿਆ। ਕਿਉਂਕਿ ਜਿਹੜੀ ਭਾਰਤ ਸਰਕਾਰ ਹੈ ਉਹਨਾਂ ਦੀਆਂ ਸੇਵਾਵਾਂ ਚਾਹੁੰਦੀ ਸੀ ਪਾਲਿਸੀ ਬਣਾਉਣ ਦੇ ਵਾਸਤੇ, ਐਗਰੀਕਲਚਰ ਪਾਲਿਸੀ ਦੇ ਵਾਸਤੇ, ਤਾਂ ਕਿ ਜਿਹੜੀ ਲੌਂਗ ਟਰਮ ਫੂਡ ਸਿਕਿਉਰਿਟੀ ਹੈ ਉਹ ਬਣਾਈ ਰੱਖੀ ਜਾ ਸਕੇ। 1980 ਤੋਂ 82 ਤੱਕ ਉਹਨਾਂ ਨੂੰ ਫਿਰ ਜਿਹੜਾ ਪਲੈਨਿੰਗ ਕਮਿਸ਼ਨ ਦੇ ਵਿੱਚ ਐਗਰੀਕਲਚਰ ਤੇ ਰੂਰਲ ਡਿਵੈਲਪਮੈਂਟ ਦਾ ਜਿਹੜਾ ਉਹ ਇੰਚਾਰਜ ਬਣਾਇਆ ਗਿਆ, ਤਾਂ ਕਿ ਫਿਰ ਉਹ ਪਹਿਲੀ ਵਾਰੀ ਉਹ ਸੀਗੇ ਜਿਹੜੇ ਐਨਵਾਇਰਨਮੈਂਟ ਤੇ ਔਰਤਾਂ ਨੂੰ, ਔਰਤ ਕਲਿਆਣ, ਮਹਿਲਾ ਕਲਿਆਣ ਤੇ ਐਨਵਾਇਰਨਮੈਂਟ ਨੂੰ ਜਿਹੜਾ ਉਹਨਾਂ ਨੇ ਫੋਕਸ ਏਰੀਆ ਬਣਵਾਇਆ 5 ਈਅਰ ਪਲਾਨ ਦੇ ਵਿੱਚ ਜੀ, ਪਲੈਨਿੰਗ ਕਮਿਸ਼ਨ ਦੇ ਵਿੱਚ। 1982 ਦੇ ਵਿੱਚ ਫਿਰ ਉਹਨਾਂ ਨੂੰ ਡਾਇਰੈਕਟਰ ਜਨਰਲ ਆਫ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਬਣਾਇਆ ਗਿਆ ਫਿਲੀਪੀਨਸ ਦੇ ਵਿੱਚ। ਉਹ ਪਹਿਲੇ ਏਸ਼ੀਆ ਮੂਲ ਦੇ ਜਿਹੜੇ ਵਿਅਕਤੀ ਸੀ ਜਿਹੜੇ ਇਸ ਇੰਸਟੀਚਿਊਟ ਦੇ ਜਿਹੜੇ ਉਹ ਚੇਅਰਮੈਨ ਬਣੇ ਸੀ। ਫਿਰ ਭੰਮ ਸਾਹਿਬ 1987 ਦੇ ਵਿੱਚ ਉਹਨਾਂ ਨੂੰ ਜਿਹੜਾ ਵਰਲਡ ਫੂਡ ਪ੍ਰਾਈਜ਼ ਹੈ ਉਸ ਦੇ ਨਾਲ ਨਵਾਜ਼ਿਆ ਗਿਆ। ਉਹ ਜਿਹੜਾ ਪਹਿਲਾ ਵਰਲਡ ਫੂਡ ਪ੍ਰਾਈਜ਼ ਸੀਗਾ, ਉਹਨਾਂ ਦੀਆਂ ਜਿਹੜੀਆਂ ਭੁੱਖਮਰੀ ਤੇ ਫੂਡ ਸਿਕਿਉਰਿਟੀ ਨੂੰ ਕਰਨ ਤੇ ਭੁੱਖਮਰੀ ਨੂੰ ਹਟਾਉਣ ਦੇ ਵਾਸਤੇ ਜਿਹੜੀਆਂ ਸੇਵਾਵਾਂ ਉਹਨਾਂ ਨੇ ਦਿੱਤੀਆਂ, ਕਿਉਂਕਿ ਉਹਨਾਂ ਨੇ ਦੇਖੋ ਕਰੋੜਾਂ ਲੋਕਾਂ ਨੂੰ ਇਸ ਦੇ ਵਿੱਚੋਂ ਕੱਢਿਆ, ਉਹਨਾਂ ਦੀ ਰਿਸਰਚ ਨੇ, ਉਹਨਾਂ ਦੇ ਕੰਮ ਨੇ। ਸੋ ਇਸ ਲਈ ਉਹਨਾਂ ਨੂੰ ਜਿਹੜੀ ਗਲੋਬਲ ਦੁਨੀਆ ਦੇ ਪੱਧਰ ਦੇ ਉੱਤੇ ਜਿਹੜੀ ਹੈ ਹੁਣ ਉਹ ਸਵੀਕ੍ਰਿਤੀ ਤੇ ਮਾਨਤਾ ਜਿਹੜੀ ਹੈ ਉਹ ਮਿਲਣ ਲੱਗੀ ਡਾਕਟਰ ਸਵਾਮੀਨਾਥਨ ਨੂੰ। ਇੱਥੋਂ ਤੱਕ ਕਿ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਨੋਬਲ ਪੀਸ ਪ੍ਰਾਈਜ਼ ਵਿਨਿੰਗ ਜਿਹੜੀ ਇੱਕ ਇੰਸਟੀਟਿਊਸ਼ਨ ਹੈ ਪਗਵਾਸ਼ ਕਾਨਫਰੰਸਿਸ ਔਨ ਸਾਇੰਸ ਐਂਡ ਵਰਲਡ ਅਫੇਅਰਸ, ਉਹ ਨੋਬਲ ਪ੍ਰਾਈਜ਼ ਜਿੱਤ ਚੁੱਕੀ ਇਹ ਸੰਸਥਾ ਹੈ ਜਿਸ ਦਾ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ। ਸੋ ਉਹਨਾਂ ਨੇ ਉੱਥੇ ਜਿਹੜੇ ਹੈ ਉਹ ਵਿਸ਼ਵ ਸ਼ਾਂਤੀ ਦੇ ਲਈ ਕੰਮ ਕੀਤਾ। ਆਰਮਡ ਜਿਹੜਾ ਕੌਨਫਲਿਕਟ ਹੈ ਉਸ ਨੂੰ ਘਟਾਉਣ ਤੇ ਗਲੋਬਲ ਹੰਗਰ ਹੈ ਜਿਹੜੀ ਉਸ ਨੂੰ ਘਟਾਉਣ ਦੇ ਲਈ ਉੱਥੇ ਕੰਮ ਕੀਤਾ। ਫਿਰ ਭੰਮ ਸਾਹਿਬ ਮੈਨੂੰ ਜਿਹੜਾ ਸ਼ੇਰ ਇਕਬਾਲ ਦਾ ਯਾਦ ਆਉਂਦਾ ਹੈ ਕਿ ਗੁਰਬਤ ਮੇਂ ਅਗਰ ਹਮ ਹੈ रहता है दिल वतन में, गुरबत में अगर हम हो रहता है दिल वतन में, समझो हमें वही ही दिल हो जहां हमारा जी, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਜੀ। ਸੋ ਜਿਹੜਾ ਦਿਲ ਹੈ ਉਹ ਵਤਨ ਦੇ ਵਿੱਚ ਹੀ ਰਹਿੰਦਾ ਸੀ, ਚਾਹੇ ਸਾਰੀ ਦੁਨੀਆ ਦੇ ਵਿੱਚ ਉਹ ਪ੍ਰਸਿੱਧੀ ਹੋ ਚੁੱਕੀ ਸੀ, ਐਡੇ ਐਡੇ ਸਨਮਾਨਾਂ ਦੇ ਨਾਲ, ਐਡੇ ਇੰਸਟੀਟਿਊਸ਼ਨਸ ਦੇ ਉਹ ਚੇਅਰ ਬਣ ਚੁੱਕੇ ਸੀ ਜੀ। ਸੋ 2004 ਦੇ ਵਿੱਚ ਫਿਰ ਜਦ UPA ਗਵਰਨਮੈਂਟ ਨੇ ਦੇ ਟੈਨਿਓਰ ਦੇ ਵਿੱਚ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਨੈਸ਼ਨਲ ਕਮਿਸ਼ਨ ਫਾਰ ਫਾਰਮਰਸ ਦਾ, ਕਿਉਂਕਿ ਜਿਹੜਾ ਕਿਸਾਨਾਂ ਦਾ ਮਸਲਾ ਹੈ ਉਹ ਬੜਾ ਭਖ ਚੁੱਕਿਆ ਸੀ। ਕਿਸਾਨਾਂ ਦੀ ਖੁਦਕੁਸ਼ੀ ਦਾ ਮਸਲਾ ਜਿਹੜਾ ਹੈ ਉਹ ਬੜਾ ਭਖ ਚੁੱਕਿਆ ਸੀ। ਤੁਹਾਡੇ ਯਾਦ ਹੋਵੇਗਾ ਉਸ ਸਮੇਂ ਜਿਹੜੀ UPA ਹੈ ਉਹ ਕਿਸਾਨਾਂ ਦੀ ਕਰਜ਼ ਮਾਫੀ ਦੀ ਵੀ ਇੱਕ ਸਕੀਮ ਲੈ ਕੇ ਆਈ ਸੀ ਜੀ, ਜਿਸ ਦੇ ਵਿੱਚ 60,000 ਕਰੋੜ ਦਾ ਜਿਹੜਾ ਕਰਜ਼ ਹੈ ਕਿਸਾਨਾਂ ਦਾ ਉਹ ਮਾਫ ਕੀਤਾ ਗਿਆ ਸੀ ਜੀ, ਜਿਸ ਦਾ ਬਹੁਤ ਛੋਟੇ ਕਿਸਾਨਾਂ ਨੂੰ ਲਾਭ ਵੀ ਮਿਲਿਆ ਸੀ ਜੀ। ਸੋ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਨੈਸ਼ਨਲ ਕਮਿਸ਼ਨ ਔਨ ਫਾਰਮਰਸ ਦਾ। ਤੇ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ 4 ਰਿਪੋਰਟਸ ਜਿਹੜੀਆਂ ਨੇ ਉਹ ਛਾਪੀਆਂ ਗਈਆਂ।
ਜਿਸ ਦੇ ਵਿੱਚ ਉਹਨਾਂ ਨੇ ਰეკਮੈਂਡੇਸ਼ਨ ਦਿੱਤੀਆਂ ਓਵਰਹਾਲ ਕਰਨ ਦੀਆਂ ਨੈਸ਼ਨਲ ਪਾਲਿਸੀ ਫॉर ਫਾਰਮਰਸ ਨੂੰ। ਉਹਨਾਂ ਨੇ ਇਨਕਰੀਜ਼ਡ ਰੂਰਲ ਕ੍ਰੈਡਿਟ ਫॉर ਫਾਰਮਰਸ, ਕਿਸਾਨਾਂ ਨੂੰ ਰੂਰਲ ਕ੍ਰੈਡਿਟ ਕਰਜ਼ ਜਿਹੜਾ ਹੈ ਘੱਟ ਵਿਆਜ ਦਰਾਂ ਦੇ ਉੱਤੇ, ਇਨਕਰੀਜ਼ ਇਨਵੈਸਟਮੈਂਟ ਇਨ ਐਗਰੀਕਲਚਰ ਰਿਸਰਚ, ਐਗਰੀਕਲਚਰ ਦੀ ਰਿਸਰਚ ਦੇ ਵਿੱਚ ਜਿਹੜੀ ਹੈ ਇਨਕਰੀਜ਼ ਇਨਵੈਸਟਮੈਂਟ ਕਰਨ ਦੀ, ਤੇ ਉਹਨਾਂ ਨੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਕਿਸਾਨੀ ਦੇ ਵਿੱਚ ਕਿਵੇਂ ਰਿਟੇਨ ਕੀਤਾ ਜਾਵੇ। ਕਿਉਂਕਿ ਹੁਣ ਦੇਖੋ ਵੀ ਜਿਹੜਾ ਕਿਸਾਨ ਦਾ ਬੱਚਾ ਹੈ ਉਹ ਕੋਈ ਵੀ ਇਹ ਨਹੀਂ ਕਹਿੰਦਾ ਹਰੇਕ ਪੋਲੀਟੀਸ਼ੀਅਨ ਦਾ ਬੱਚਾ ਪੋਲੀਟੀਸ਼ੀਅਨ, ਕ੍ਰਿਕਟਰ ਦਾ ਬੱਚਾ ਕ੍ਰਿਕਟਰ, ਬਿਜ਼ਨਸਮੈਨ ਦਾ ਬੱਚਾ ਬਿਜ਼ਨਸਮੈਨ, ਪਰ ਜਿਹੜਾ ਕਿਸਾਨ ਦਾ ਪੁੱਤ ਹੈ ਉਹ ਕਦੇ ਨਹੀਂ ਕਹਿੰਦਾ ਕਿ ਮੈਂ ਕਿਸਾਨ ਬਣੂੰਗਾ। ਸੋ ਉਹਨਾਂ ਨੇ ਕਿਹਾ ਵੀ ਖੇਤੀ ਨੂੰ ਕਿਸ ਤਰ੍ਹਾਂ ਲਾਹੇ ਦਾ ਧੰਦਾ ਬਣਾਇਆ ਜਾ ਸਕੇ ਤਾਂ ਕਿ ਜਿਹੜਾ ਕਿਸਾਨ ਦਾ ਬੱਚਾ ਹੈ, ਯੂਥ ਹੈ, ਉਹ ਫਾਰਮਿੰਗ ਦੇ ਵਿੱਚ ਰਹੇ। ਕਿਉਂਕਿ ਜਿਹੜਾ ਯੂਥ ਹੈ ਦੇਖੋ ਉਹ ਏਜੰਟ ਆਫ ਚੇਂਜ ਹੁੰਦਾ। ਯੂਥ ਨੇ ਚੇਂਜ ਕਰਨੀ ਹੈ। ਜੇ ਕੋਈ ਨਵੀਂ ਟੈਕਨੀਕ, ਜੇ ਕੋਈ ਸਾਇੰਟੀਫਿਕ ਟੈਕਨੀਕ ਕੋਈ ਅਡਾਪਟ ਕਰਨੀ ਹੈ, ਉਹ ਯੂਥ ਨੂੰ ਸਮਝ ਜ਼ਿਆਦਾ ਆਉਣੀ ਹੈ। ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਹੈ ਤੇ ਉਹਨੇ ਰਿਸਕ ਵੀ ਲੈਣ ਦਾ ਜਿਹੜਾ ਹੀ ਹੈ ਉਹ ਰੱਖਦਾ ਹੈ। ਹਾਂਜੀ। ਸੋ ਉਸ ਦੇ ਵਿੱਚ ਭਾਮ ਸਾਹਿਬ ਉਹ ਜਿਹੜੀ ਬੜੀ ਮਹੱਤਵਪੂਰਨ ਸੀ ਕਿ ਜਿਹੜੀ ਕਾਸਟ ਇਨਪੁਟ ਪਲੱਸ ਜਿਹੜੀ ਹੈ ਉਹਨੂੰ ਉੱਤੇ ਓਨਾ ਹੀ ਜਿਹੜਾ ਮੁਨਾਫਾ ਹੈ ਉਹ ਦਿੱਤਾ ਜਾਵੇ। ਜਿਹੜੀ ਪਹਿਲਾਂ ਕਿਸਾਨ ਦਾ ਇਨਪੁਟ ਹੋਇਆ ਉੱਤੇ ਲਾਗਤ ਆਈ ਹੈ, ਲਾਗਤ ਦੇ ਉੱਤੇ ਜਿਹੜਾ ਓਨਾ ਹੀ 100% ਜਿਹੜਾ ਮੁਨਾਫਾ ਹੈ ਉਹ ਦੇ ਕੇ ਉੱਥੇ ਜਿਹੜੀ MSP ਹੈ ਉਹ ਉੱਥੇ ਫਿਕਸ ਕੀਤੀ ਜਾਵੇ। ਸੋ ਇਹ ਰეკਮੈਂਡੇਸ਼ਨਸ ਸੀਗੀਆਂ ਜਿਹੜੀਆਂ ਜਿਹਦੇ ਪਿੱਛੇ ਅੱਜ ਵੀ ਜਿਹੜੀ ਜੱਦੋਜਹਿਦ ਹੈ ਜਾਰੀ ਹੈ ਉਹ ਚੱਲ ਰਹੀ ਹੈ। ਤੁਸੀਂ ਦੇਖਿਆ ਹੋਵੇਗਾ ਕਿਸਾਨ ਅੰਦੋਲਨ ਦੇ ਦੌਰਾਨ ਵੀ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਸ ਨੂੰ ਲਾਗੂ ਕਰਨਾ ਕਿਸਾਨਾਂ ਦੀ ਇੱਕ ਮਹੱਤਵਪੂਰਨ ਮੰਗ ਸੀ। ਸੋ ਡਾਕਟਰ ਸਵਾਮੀਨਾਥਨ ਨੇ ਆਪਣੀ ਰਿਪੋਰਟ ਦੇ ਦਿੱਤੀ, ਪਰ ਜਿਹੜੀਆਂ ਸਰਕਾਰਾਂ ਨੇ ਉਹ ਅੱਜ ਤੱਕ ਉੱਥੇ ਆਪਣੀਆਂ ਲੱਤਾਂ ਘੜੀਸ ਰਹੀਆਂ ਨੇ। ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣ ਦੀ ਦਾਅਵੇ ਹੋ ਰਹੇ ਨੇ। 2022 ਤੱਕ ਜਿਹੜੀ ਦੁੱਗਣੀ ਹੋਣੀ ਸੀ ਆਮਦਨ ਉਹਦਾ ਵੀ ਦਾਅਵਾ ਹੋਇਆ ਸੀ, ਪਰ ਉਹ ਜਿਹੜੇ ਵਾਅਦੇ ਹੈ ਉਹ ਵਫਾ ਨਹੀਂ ਹੋਏ। ਤੇ ਅੱਜ ਵੀ ਜਿਹੜੇ ਕਿਸਾਨ ਨੇ ਭਾਮ ਸਾਹਿਬ ਉਹ ਡਾਕਟਰ ਸਵਾਮੀਨਾਥਨ ਦੀ ਉਸ ਰਿਪੋਰਟ ਨੂੰ ਲਾਗੂ ਹੋਣ ਦਾ ਜਿਹੜਾ ਉਸ ਦਾ ਰਸਤਾ ਹੈ ਉਹ ਤੱਕ ਰਹੇ ਨੇ। ਤੇ ਡਾਕਟਰ ਸਵਾਮੀਨਾਥਨ ਇਸ ਦੁਨੀਆ ਨੂੰ ਜ਼ਰੂਰ ਅਲਵਿਦਾ ਕਹਿ ਗਏ ਨੇ, ਪਰ ਉਹਨਾਂ ਦੀ ਲੀਗੇਸੀ ਜਿਹੜੀ ਹੈ ਉਹ ਜਿਉਂਦੀ ਰਹੂਗੀ। ਉਹਨਾਂ ਦੀ ਲੀਗੇਸੀ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਇਹ ਹੈ, ਉਹਨਾਂ ਨੂੰ ਡਾਕਟਰ APJ ਅਬਦੁਲ ਕਲਾਮ ਨੇ 2007 ਦੇ ਵਿੱਚ ਉਹਨਾਂ ਨੂੰ ਨੋਮੀਨੇਟ ਕੀਤਾ ਸੀ ਰਾਜ ਸਭਾ ਦੇ ਵਿੱਚ। 6 ਮੈਂਬਰ ਜਿਹੜੇ ਹੈ ਉਹ ਮਾਨਯੋਗ ਰਾਸ਼ਟਰਪਤੀ, ਜਿਵੇਂ ਸਹੀ ਹੈ ਨੰਬਰ, ਤਾਂ ਉਹ ਨੋਮੀਨੇਟ ਕਰ ਸਕਦੇ ਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਿਸੇ ਖੇਤਰ ਦੇ ਵਿੱਚ, ਕਲਾ ਦੇ ਖੇਤਰ ਦੇ ਵਿੱਚ, ਵਿਗਿਆਨ ਦੇ ਖੇਤਰ ਦੇ ਵਿੱਚ ਮਾਰਕੇ ਮਾਰੇ ਹੋਣ। ਸੋ ਉਹਨਾਂ ਨੂੰ ਉਸ ਕੋਟੇ ਦੇ ਵਿੱਚ ਮਾਨਯੋਗ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਨੇ ਨੋਮੀਨੇਟ ਕੀਤਾ ਸੀ। ਉਹਨਾਂ ਨੇ ਰਾਜ ਸਭਾ ਦੇ ਵਿੱਚ ਜਾ ਕੇ ਵਿਮਨ ਫਾਰਮਰਸ ਇੰਟਾਈਟਲਮੈਂਟ ਬਿੱਲ 2011, ਜਿਸ ਦੇ ਵਿੱਚ ਕਿ ਔਰਤਾਂ ਦੇ ਵਿਮਨ ਐਮਪਾਵਰਮੈਂਟ ਦੇ, ਔਰਤ ਕਿਸਾਨਾਂ ਦੇ ਹਿੱਤ ਦਾ ਜਿਹੜਾ ਕਾਨੂੰਨ ਹੈ ਉਹ ਬਣਵਾਇਆ ਸੀ। ਤੇ ਪਰ ਉਹ ਇੰਟਰੋਡਿਊਸ ਤਾਂ ਕੀਤਾ ਸੀ ਭਾਮ ਸਾਹਿਬ ਉਹਨਾਂ ਨੇ ਬਿੱਲ, ਪਰ ਉਹ ਪਾਸ ਨਹੀਂ ਹੋਇਆ ਤੇ 2013 ਦੇ ਵਿੱਚ ਉਹ ਲੈਪਸ ਹੋ ਗਿਆ। ਸੋ ਇਹ ਸਾਰੀ ਲਈ ਅਸੀਂ ਪਿੱਛੇ ਛੱਡਦੇ ਹੋਏ ਅੱਜ ਵੀ ਦੇਖੋ ਕਿਸਾਨਾਂ ਦੇ ਮਨਾਂ ਦੇ ਵਿੱਚ ਡਾਕਟਰ ਸਵਾਮੀਨਾਥਨ ਦੀ ਇੱਕ ਖਾਸ ਜਿਹੜੀ ਹੈ ਉਹ ਜਗ੍ਹਾ ਹੈ ਤੇ ਲੋਕ ਉਹਨਾਂ ਨੂੰ ਪਿਆਰ ਕਰਦੇ ਹੈ, ਕਿਉਂਕਿ ਉਹਨਾਂ ਨੇ ਜਿਹੜੀ ਆਪਣੀ ਪ੍ਰਤਿਭਾ ਉਹ ਲੋਕਾਂ ਦੇ ਹਿੱਤਾਂ ਦੇ ਵਾਸਤੇ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਸੁਧਾਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ। ਤੇ ਸਾਰਾ ਖਿੱਤਾ ਮੈਂ ਸਮਝਦਾ ਕਿ ਪੰਜਾਬ, ਹਰਿਆਣਾ ਦਾ ਤੇ ਉੱਤਰ ਪ੍ਰਦੇਸ਼ ਦਾ ਜੋ ਅੱਜ ਖੁਸ਼ਹਾਲੀ ਅਸੀਂ ਦੇਖ ਰਹੇ ਹਾਂ, ਜੋ ਨੁਹਾਰ ਬਦਲੀ ਦੇਖ ਰਹੇ ਹਾਂ, ਹਾਲਾਂਕਿ ਹੁਣ ਨਵੇਂ ਕ੍ਰਾਈਸਿਸ ਨੇ, ਕਿਉਂਕਿ 50 ਸਾਲ ਤਾਂ ਹੁਣ ਉਸ ਗੱਲ ਨੂੰ ਹੋ ਗਏ, 60 ਸਾਲ ਗ੍ਰੀਨ ਰੈਵੋਲੂਸ਼ਨ ਨੂੰ, ਉਹਦੇ ਵਿੱਚੋਂ ਆਪਣੇ ਜਿਹੜੇ ਹੁਣ ਨਵੇਂ ਚੈਲੰਜਸ ਨਿਕਲੇ ਆ, ਪਰ ਉਹ ਜਿਹੜੀ ਸਾਰੀ ਖੁਸ਼ਹਾਲੀ ਬਾਕੀ ਸੂਬਿਆਂ ਦੇ ਮੁਕਾਬਲੇ ਤੁਸੀਂ ਦੇਖੋ ਕਿ ਪੰਜਾਬ ਨੂੰ ਜੋ ਉਹ ਵੱਧ ਮਿਲਿਆ, ਉਹਦੇ ਲਈ ਜਿਹੜਾ ਡਾਕਟਰ ਸਵਾਮੀਨਾਥਨ ਦਾ ਜਿਹੜਾ ਭਾਮ ਸਾਹਿਬ ਉਹ ਸਾਰੇ ਲੋਕ ਉਹ ਧੰਨਵਾਦ ਕਰਦੇ ਨੇ। ਤੇ ਉਹਨਾਂ ਨੂੰ ਅੱਜ ਉਹਨਾਂ ਦੇ ਹੁਣ ਵਿਛੜ ਜਾਣ ਤੋਂ ਬਾਅਦ ਸਾਰੇ ਹੀ ਬੜੀ ਭਾਵਭਿੰਨੀ ਸ਼ਰਧਾਂਜਲੀ ਦੇ ਕੇ ਯਾਦ ਕਰ ਰਹੇ। ਜੀ।